ਵੀ ਸਾਨੂੰ ਭੂਤ ਪ੍ਰੇਤੀ ਦੇ ਨੇ, ਸਾਨੂੰ ਛਾਇਆ ਹੋ ਗਈ ਆ, ਸਾਡੇ ਤੇ ਕਿਤੇ ਜਾਦੂ ਟੂਣਾ ਕਰ ਦਿੱਤਾ। ਇਹ ਕੀ ਬਿਮਾਰੀ ਹੈ ਜਾਂ ਵਹਿਮ ਹੈ? ਬਾਬਿਆਂ ਕੋਲ ਜਾਂ ਭੂਤ ਪ੍ਰੇਤ ਕਢਾਉਣ ਦੇ ਚੱਕਰਾਂ 'ਚ ਜਾਂ ਫਾਂਡੇ ਕਰਾਉਣ ਦੇ ਚੱਕਰਾਂ 'ਚ ਰਹਿੰਦੇ ਨੇ, ਔਰ ਇਸ ਦੇ ਉਲਟ ਡਾਕਟਰ ਕੋਲ ਆਉਣਾ ਪਸੰਦ ਨਹੀਂ ਕਰਦੇ। ਸੋ ਇਹਦੇ ਕਰਕੇ ਜਿਹੜੀਆਂ ਇਹ ਬਿਮਾਰੀਆਂ ਨੇ ਇਹ ਵੱਧ ਜਾਂਦੀਆਂ ਨੇ, ਔਰ ਕਈ ਵਾਰੀ ਮਾੜਾ ਰੂਪ ਜਿਹੜਾ ਹੈਗਾ ਉਹ ਲੈ ਲੈਂਦੀਆਂ ਨੇ, ਜਿਵੇਂ ਸੁਸਾਈਡਸ ਹੋਣਾ ਜਾਂ ਡਿਪਰੈਸ਼ਨ ਦੇ ਕਰਕੇ ਕੋਈ ਲੋਕ ਜਿਹੜੇ ਹੈਗੇ ਆਤਮ ਹੱਤਿਆ ਕਰ ਲੈਂਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਸਮਾਜ ਦੇ ਵਿੱਚ ਪ੍ਰੈਜ਼ੈਂਟ ਹੈ। ਪਰ ਕਈ ਫੈਮਿਲੀਜ਼ ਇਸ ਦੇ ਉਲਟ ਹੁੰਦੀਆਂ ਜਿਹੜੀਆਂ ਕਹਿ ਦਿੰਦੀਆਂ ਵੀ ਇਹਨਾਂ ਨੂੰ ਕਾਹਦੀ ਟੈਨਸ਼ਨ ਪੈ ਗਈ ਆ, ਜਾਂ ਇਹਨਾਂ ਨੂੰ ਕੀ ਬਿਮਾਰੀ ਪੈ ਗਈ ਆ, ਇਹ ਕੰਮ ਨਹੀਂ ਕਰਨਾ ਚਾਹੁੰਦੀ। ਜਿਵੇਂ ਨੂੰਹਾਂ ਖਾਸ ਕਰ ਆਈਆਂ ਹੁੰਦੀਆਂ, ਸਟ੍ਰੈਸ ਹੁੰਦੀਆਂ, ਆਪਣਾ ਪਰਿਵਾਰ ਛੱਡ ਕੇ ਆਈਆਂ ਨੇ, ਨਵੇਂ ਘਰ 'ਚ ਐਡਜਸਟ ਹੋਣ ਲੱਗਿਆ ਟਾਈਮ ਲੱਗ ਜਾਂਦਾ। ਸੋ ਕਈ ਸੱਸਾਂ ਕਹਿ ਦਿੰਦੀਆਂ ਵੀ ਇਹਨੂੰ ਕੀ ਬਿਮਾਰੀ ਪੈ ਗਈ ਆ। ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਸਮਾਜ ਦੇ ਅੰਦਰ ਨਾ ਸਟਿਗਮਾ ਬੜਾ ਹੈ। ਸਟਿਗਮਾ ਯਾਨੀ ਕਿ ਇਹਨਾਂ ਬਿਮਾਰੀਆਂ ਨੂੰ ਲੈ ਕੇ, ਕਿਉਂਕਿ ਲੋਕਾਂ 'ਚ ਨੌਲੇਜ ਨਹੀਂ ਹੈਗੀ ਤੇ ਲੋਕਾਂ ਨੂੰ ਪਤਾ ਨਹੀਂ ਹੈਗਾ, ਫਿਰ ਜਿਹੜਾ ਕੋਈ ਕਹਿ ਦਿੰਦਾ ਕੋਈ ਸਿਆਣੇ ਕੋਲ ਚਲ ਜਾਓ ਜਾਂ ਫਾਂਡਾ ਕਰਾ ਲਓ ਜਾਂ ਭੂਤ ਕਢਾ ਲਓ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੁਝ ਕਹਿ ਦਿੰਦੇ ਨੇ, ਲੋਕ ਉਹਨਾਂ ਚੀਜ਼ਾਂ ਨੂੰ ਫੋਲੋ ਕਰਨ ਲੱਗ ਪੈਂਦੇ ਨੇ। ਜਿਵੇਂ ਇਸੇ ਤਰੀਕੇ ਆਪਾਂ ਲਾਈਏ ਨਸ਼ਿਆਂ ਦੀ, ਜਿਵੇਂ ਲੱਤ ਹੈਗੀ ਆ, ਨਸ਼ਿਆਂ ਦੀ ਲੱਤ ਦੇ ਅੰਦਰ ਪਹਿਲਾਂ ਪਿੰਡਾਂ ਦੇ ਅੰਦਰ ਵੀ ਆਮ ਕਹਿ ਦਿੰਦੇ ਸੀ ਜੀ ਇਹ ਤਾਂ ਨਸ਼ੇੜੀ ਹੈਗਾ, ਭੰਗੀ ਹੈਗਾ, ਇਹੋ ਜਿਹੀਆਂ ਗੱਲਾਂ ਵਰਡਸ ਯੂਜ਼ ਕੀਤੇ ਜਾਂਦੇ ਸੀਗੇ। ਜਦਕਿ ਵੇਰੀਅਸ ਕੈਟਾਗਰੀਜ਼ ਆਫ ਸਬਸਟੈਂਸ ਡਿਪੈਂਡੈਂਸ ਇਹਨੂੰ ਅਸੀਂ ਕਹਿੰਦੇ ਹਾਂ, ਯਾਨੀ ਕਿ ਨਸ਼ੇ ਦੀ ਲੱਤ ਕਹਿ ਦਿੰਦੇ ਹਾਂ ਜਾਂ ਨਸ਼ੇ ਵਰਗੀ ਬਿਮਾਰੀ ਕਹਿ ਦਿੰਦੇ ਹਾਂ। ਇਹ ਵੀ ਬਾਕੀ ਬਿਮਾਰੀਆਂ ਵਾਂਗੂ ਇੱਕ ਦਿਮਾਗੀ ਬਿਮਾਰੀ ਹੈ, ਜਿਹਦੇ ਵਿੱਚ ਮਰੀਜ਼ ਦਾ ਜਿਹੜਾ ਸਰੀਰ ਹੈਗਾ ਉਹ ਨਸ਼ਾ ਮੰਗਦਾ ਹੈ। ਨੈਸ਼ਨਲੀ ਇਕੱਲਾ ਨਹੀਂ, ਇੰਟਰਨੈਸ਼ਨਲ ਪੇਸ਼ੈਂਟਸ ਵੀ ਮੇਰੇ ਕੋਲ ਆਉਂਦੇ ਨੇ। NRI ਕਲਾਇੰਟੇਜ ਸਾਡੇ ਕੋਲ ਬਹੁਤ ਹੈਗੀ ਹੈ ਜੋ ਕਿ ਇੰਡੀਆ ਆ ਕੇ ਟ੍ਰੀਟਮੈਂਟ ਕਰਾਉਣਾ ਪਸੰਦ ਕਰਦੇ ਨੇ, ਕਿਉਂਕਿ ਅਸੀਂ ਇੱਥੇ ਇੰਟਰਨੈਸ਼ਨਲ ਸਟੈਂਡਰਡਸ ਫੋਲੋ ਕਰਦੇ ਹਾਂ ਟ੍ਰੀਟਮੈਂਟ ਦੇ। ਔਰ ਮੈਂ ਖੁਦ ਵੀ ਇੰਟਰਨੈਸ਼ਨਲ ਫੈਲੋਸ਼ਿਪਸ ਔਰ ਇੰਟਰਨੈਸ਼ਨਲ ਮੈਂਬਰਸ਼ਿਪਸ ਹੈਗੀਆਂ ਨੇ ਮੇਰੇ ਕੋਲ। ਜਿਵੇਂ ਮੈਂ ਅਮਰੀਕਨ ਸਾਈਕੈਟ੍ਰਿਕ ਐਸੋਸੀਏਸ਼ਨ ਦਾ ਮੈਂਬਰ ਹਾਂ, ਕੈਨੇਡੀਅਨ ਐਸੋਸੀਏਸ਼ਨ ਆਫ ਮੈਂਟਲ ਹੈਲਥ ਦਾ ਮੈਂਬਰ ਹੈਗਾ, ਜਿਹੜੀ ਇੰਟਰਨੈਸ਼ਨਲ ਸਬਸਟੈਂਸ ਯੂਜ਼ ਪ੍ਰੋਫੈਸ਼ਨਲਸ ਦੀ ਐਸੋਸੀਏਸ਼ਨ ਹੈਗੀ ਆ ਉਹਦਾ ਮੈਂਬਰ ਹਾਂ, ਵਰਲਡ ਫੈਡਰੇਸ਼ਨ ਆਫ ਮੈਂਟਲ ਹੈਲਥ ਦਾ ਮੈਂਬਰ ਹੈਗਾ ਮੈਂ। ਦੇਖੋ, ਇਹਨੂੰ ਅਸੀਂ ਸਕਰੀਨ ਐਡਿਕਸ਼ਨ ਜਾਂ ਇੰਟਰਨੈਟ ਐਡਿਕਸ਼ਨ ਕਹਿੰਦੇ ਹਾਂ। ਸੋ ਸਕਰੀਨ ਐਡਿਕਸ਼ਨ ਜਾਂ ਇੰਟਰਨੈਟ ਐਡਿਕਸ਼ਨ ਇੱਕ ਇਹੋ ਜਿਹੀ ਲੱਤ ਹੈਗੀ ਹੈ ਜਿਹਦੇ ਨਾਲ ਬੱਚਾ ਜਿਹੜਾ ਹੈ ਆਪਣੀ ਨੋਰਮਲ ਪੜ੍ਹਾਈ ਨੂੰ ਛੱਡ ਕੇ ਸਕਰੀਨ ਦੇ ਵਿੱਚ ਵੜਿਆ ਰਹਿੰਦਾ ਹੈ। ਸੋ ਸਕਰੀਨ ਦੇ ਵਿੱਚ ਕੀ ਚੀਜ਼ਾਂ ਹੋ ਸਕਦੀਆਂ ਨੇ, ਸਕਰੀਨ ਜਾਂ ਇੰਟਰਨੈਟ 'ਤੇ ਕੀ ਚੀਜ਼ਾਂ ਹੋ ਸਕਦੀਆਂ? ਉਹਦੇ ਅੰਦਰ ਇਹ PUBG ਗੇਮ ਵਰਗੀ ਚੀਜ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਜਿਸ ਤਰ੍ਹਾਂ ਬਲੂ ਵੇਲ ਗੇਮ ਆਈ ਸੀਗੀ ਉਹ ਹੋ ਸਕਦੀ ਹੈ। ਫਿਰ ਸਮਝ ਲਓ ਕਿ ਜਿਹੜੇ ਕੁਝ ਪੋਰਨੋਗ੍ਰਾਫਿਕ ਵੀਡੀਓਜ਼ ਹੈਗੀਆਂ ਨੇ ਉਹ ਹੋ ਸਕਦੀਆਂ ਨੇ। ਸੋ ਇਹਨਾਂ ਚੀਜ਼ਾਂ 'ਤੇ ਪੇਰੈਂਟਸ ਨੂੰ ਧਿਆਨ ਰੱਖਣਾ ਪਏਗਾ। ਸ਼ਹਿਰੀ ਲੋਕ ਵੀ ਜਾ ਕੇ ਫਾਂਡੇ ਕਰਾਉਂਦੇ ਨੇ, ਸ਼ਹਿਰੀ ਲੋਕ ਵੀ ਭੂਤ ਕਢਾਉਂਦੇ ਨੇ, ਪਰ ਇਹ ਜ਼ਰੂਰ ਹੈਗਾ ਕਿ ਪਿੰਡਾਂ ਦੇ ਅੰਦਰ ਅਜੇ ਵੀ ਥੋੜ੍ਹਾ ਪੜ੍ਹਾਈ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜ੍ਹਾ ਜਿਹੜਾ ਅਜੇ ਥੋੜ੍ਹਾ ਮੈਂ ਕਹੂੰਗਾ ਕਿ ਨੌਲੇਜ ਦੀ ਔਰ ਇਹਨਾਂ ਗਾਈਡੈਂਸ ਦੀ ਕਮੀ ਜ਼ਰੂਰ ਹੈਗੀ ਹੈ। ਪਰ ਹੌਲੀ ਹੌਲੀ ਪਿੰਡਾਂ ਦੇ ਅੰਦਰ ਵੀ ਇਸ ਚੀਜ਼ ਬਾਰੇ ਜਾਗਰੂਕਤਾ ਜਿਹੜੀ ਹੈ ਉਹ ਵੱਧ ਰਹੀ ਹੈ। ਸ਼ਬਦ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਿੱਲ ਸਵਾਗਤ ਕਰਦਾ ਹਾਂ। ਅੱਜ ਤੁਹਾਨੂੰ ਜਿਹੀ ਖਬਰ ਦਿਖਾਉਣ ਜਾ ਰਹੇ ਹਾਂ, ਇਹ ਖਾਸ ਕਰਕੇ ਆਪਾਂ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕਾਂ ਨੂੰ ਵਹਿਮ ਹੋ ਜਾਂਦਾ ਵਾ, ਜਿਨ੍ਹਾਂ ਲੋਕਾਂ ਨੂੰ ਭੂਤ ਪ੍ਰੇਤੀ ਦੇ ਨੇ, ਜਿਨ੍ਹਾਂ ਨੂੰ ਖਾਸ ਕਰਕੇ ਵਹਿਮ ਹੋ ਜਾਂਦਾ ਵੀ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਦਿਖਾਈ ਦਿੰਦੇ ਨੇ ਸੁਪਨੇ ਵਿੱਚ, ਜਾਂ ਕਿ ਅਸੀਂ ਸੱਪ ਦਿਖਾਈ ਦਿੰਦੇ ਨੇ ਜਾਂ ਪਾਣੀ ਦਿਖਾਈ ਦਿੰਦੇ ਨੇ। ਉਸੇ ਮਸਲੇ ਸਾਰੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਾਡੇ ਨਾਲ ਨੇ, ਡਾਕਟਰ ਹਰਜੋਤ ਸਿੰਘ ਮੱਕੜ, ਜਿਹੜੇ ਕਿ MBBS ਨੇ, MD ਨੇ, ਖਾਸ ਕਰਕੇ ਸਪੈਸ਼ਲਿਸਟ ਨੇ ਦਿਮਾਗ ਦੇ। ਡਾਕਟਰ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਹਰਜੀਤ ਜੀ, ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਮੈਨੂੰ ਅੱਜ ਆਪਣੇ ਚੈਨਲ 'ਤੇ ਇਨਵਾਈਟ ਕੀਤਾ ਹੈ ਇਹ ਟੌਪਿਕ ਦੇ ਬਾਰੇ, ਦਿਮਾਗੀ ਰੋਗਾਂ ਦੇ ਬਾਰੇ ਡਿਸਕਸ ਕਰਨ ਦੇ ਲਈ। ਅੱਜ ਅਸੀਂ ਵਿਸਤਾਰ 'ਚ ਇਹਨਾਂ ਸਾਰੇ ਬਿਮਾਰੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ ਇਹ ਦੱਸੋ ਵੀ ਜਿਹੜਾ ਲੋਕਾਂ ਨੂੰ ਵਹਿਮ ਹੋ ਜਾਂਦਾ ਵਾ ਵੀ ਸਾਨੂੰ ਭੂਤ ਪ੍ਰੇਤੀ ਦੇ ਨੇ, ਸਾਨੂੰ ਛਾਇਆ ਹੋ ਗਈ ਆ, ਸਾਡੇ ਤੇ ਕਿਤੇ ਜਾਦੂ ਟੂਣਾ ਕਰ ਦਿੱਤਾ, ਇਹ ਕੀ ਬਿਮਾਰੀ ਹੈ ਜਾਂ ਵਹਿਮ ਹੈ? ਦੇਖੋ ਹਰਜੀਤ ਜੀ, ਜਿਹੜੀਆਂ ਦਿਮਾਗੀ ਬਿਮਾਰੀਆਂ ਨੇ ਬਹੁਤ ਕਿਸਮਾਂ ਦੀਆਂ ਬਿਮਾਰੀਆਂ ਨੇ, ਜਿਹਦੇ ਵਿੱਚ ਡਿਪਰੈਸ਼ਨ, ਐਂਗਜ਼ਾਇਟੀ, ਸਾਈਕੋਸਿਸ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਪ੍ਰੈਜ਼ੈਂਟਿੰਗ ਸਿੰਪਟਮਸ ਯਾਨੀ ਕਿ ਜਿਹੜੇ ਲੱਛਣ ਨੇ ਉਹ ਬੜੇ ਕਿਸਮਾਂ ਦੇ ਲੱਛਣ ਜਿਹੜੇ ਹੈਗੇ ਆ ਉਹ ਪ੍ਰੈਜ਼ੈਂਟ ਕਰਦੇ ਨੇ। ਉਹਨਾਂ ਦੇ ਵਿੱਚੋਂ ਦੀ ਕੁਝ ਕਿਸਮਾਂ ਦੇ ਲੱਛਣ ਜਿਹੜੇ ਹੈਗੇ ਨੇ ਇਸ ਤਰ੍ਹਾਂ, ਜਿਸ ਤਰ੍ਹਾਂ ਦਿਮਾਗੀ ਬਿਮਾਰੀਆਂ ਦੇ ਲੱਛਣ ਆ ਰਹੇ ਨੇ, ਜਿਸ ਤਰ੍ਹਾਂ ਭੂਤ ਦਿਖਣਾ ਜਾਂ ਖੇਡ ਕਰਨੀ, ਜਾਂ ਸਮਝ ਲਓ ਕਿ ਵਹਿਮ ਜਿਹੜੇ ਹੈਗੇ ਨੇ, ਜਾਂ ਨੀਂਦ ਨਾ ਆਉਣਾ, ਇਹ ਸਾਰੇ ਜਿਹੜੇ ਲੱਛਣ ਹੈਗੇ ਨੇ ਇਹ ਦਿਮਾਗੀ ਬਿਮਾਰੀਆਂ ਦੇ ਲੱਛਣ ਨੇ। ਦਿਮਾਗੀ ਬਿਮਾਰੀਆਂ ਵੀ ਸਰੀਰ ਦੀਆਂ ਬਿਮਾਰੀਆਂ ਵਾਂਗੂ ਵੱਖ-ਵੱਖ ਤਰੀਕੇ ਦੀਆਂ ਹੁੰਦੀਆਂ ਨੇ। ਜਿਵੇਂ
ਸਮਝ ਲਓ ਬਚਪਨ 'ਚ ਕੁਝ ਬਿਮਾਰੀਆਂ ਨੇ, ਕੁਝ ਵੱਡੇ ਹੋ ਕੇ ਜਿਹੜੀਆਂ ਐਡਲਟ ਸਾਈਕੈਟ੍ਰਿਕ ਡਿਸਆਰਡਰਸ ਹੈਗੇ ਨੇ ਜਾਂ ਜੈਨੇਟਿਕ ਸਾਈਕੈਟ੍ਰਿਕ ਡਿਸਆਰਡਰਸ ਨੇ। ਸੋ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਕੈਟੇਗਰਾਈਜੇਸ਼ਨਸ ਹੈਗੀਆਂ ਨੇ। ਸੋ ਅਗਰ ਮੈਂ ਗੱਲ ਕਰਾਂ ਕਿ ਜਿਹੜੀ ਲੱਛਣ ਤੁਸੀਂ ਗੱਲ ਕਰ ਰਹੇ ਹੈਗੇ ਹੋ, ਜਿਸ ਤਰ੍ਹਾਂ ਲੇਡੀਜ਼ ਕੁਝ ਖੇਡਾਂ ਖੇਡਾਂ ਕਰਦੀਆਂ ਨੇ ਕਿਸੇ ਜਗ੍ਹਾ 'ਤੇ ਜਾ ਕੇ, ਜਾਂ ਅਭੂਤ ਪ੍ਰੇਤ ਦਿਖਣਾ, ਜਾਂ ਨੀਂਦ ਨਾ ਆਉਣਾ, ਸੋ ਇਹ ਵੱਖਰੇ ਵੱਖਰੇ ਦਿਮਾਗੀ ਬਿਮਾਰੀਆਂ ਦੇ ਵੱਖਰੇ ਵੱਖਰੇ ਟਾਈਪ ਦੇ ਲੱਛਣ ਨੇ। ਸਰੀਰਕ ਬਿਮਾਰੀਆਂ ਦੀ ਤਰ੍ਹਾਂ ਹੀ ਦਿਮਾਗੀ ਬਿਮਾਰੀਆਂ ਦੇ ਇਲਾਜ ਵੀ ਹੈਗੇ ਨੇ। ਚੰਗੀ ਦਵਾਈ, ਕਾਉਂਸਲਿੰਗਸ, ਇਹ ਸਾਰੇ ਤਰੀਕਿਆਂ ਦੇ ਨਾਲ ਦਿਮਾਗੀ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਉਹ ਕੀਤਾ ਜਾ ਸਕਦਾ ਹੈ। ਸਾਡੇ ਇੱਥੇ ਸਮਾਜ ਦੇ ਅੰਦਰ ਜਿਹੜੀ ਕੁਝ ਕੁਰੀਤੀਆਂ ਨੇ ਜਾਂ ਕੁਝ ਸਮਝ ਲਓ ਅਨਪੜ੍ਹਤਾ ਕਹਿ ਲਓ ਜਾਂ ਨੌਲੇਜ ਦਾ ਨਾ ਹੋਣਾ ਕਹਿ ਲਓ, ਉਹਦੇ ਕਾਰਨ ਲੋਕ ਜਿਹੜੇ ਹੈਗੇ ਨੇ ਉਹ ਬਾਬਿਆਂ ਕੋਲ ਜਾਂ ਭੂਤ ਪ੍ਰੇਤ ਕਢਾਉਣ ਦੇ ਚੱਕਰਾਂ 'ਚ ਜਾਂ ਫਾਂਡੇ ਕਰਾਉਣ ਦੇ ਚੱਕਰਾਂ 'ਚ ਰਹਿੰਦੇ ਨੇ, ਔਰ ਇਸ ਦੇ ਉਲਟ ਡਾਕਟਰ ਕੋਲ ਆਉਣਾ ਪਸੰਦ ਨਹੀਂ ਕਰਦੇ। ਸੋ ਇਹਦੇ ਕਰਕੇ ਜਿਹੜੀਆਂ ਇਹ ਬਿਮਾਰੀਆਂ ਨੇ ਇਹ ਵੱਧ ਜਾਂਦੀਆਂ ਨੇ, ਔਰ ਕਈ ਵਾਰੀ ਮਾੜਾ ਰੂਪ ਜਿਹੜਾ ਹੈਗਾ ਉਹ ਲੈ ਲੈਂਦੀਆਂ ਨੇ। ਜਿਵੇਂ ਸੁਸਾਈਡਸ ਹੋਣਾ ਜਾਂ ਡਿਪਰੈਸ਼ਨ ਦੇ ਕਰਕੇ ਕੋਈ ਲੋਕ ਜਿਹੜੇ ਹੈਗੇ ਆਤਮ ਹੱਤਿਆ ਕਰ ਲੈਂਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਸਮਾਜ ਦੇ ਵਿੱਚ ਪ੍ਰੈਜ਼ੈਂਟ ਹੈਗੀਆਂ ਨੇ। ਡਾਕਟਰ ਮੈਨੂੰ ਇਹ ਦੱਸੋ ਵੀ ਜਦੋਂ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਉਹ ਆ ਕੇ ਤੁਹਾਨੂੰ ਕੀ ਦੱਸਦੇ ਨੇ ਵੀ ਸਾਨੂੰ ਕੀ ਹੋਇਆ ਵਾ, ਲੱਛਣ ਕੀ ਦੱਸਦੇ ਨੇ, ਅਤੇ ਇਹ ਦੱਸੋ ਵੀ ਪਰਿਵਾਰ ਵਾਲੇ ਜਿਹੜੇ ਨਾਲ ਆਉਂਦੇ ਨੇ ਕਿੰਨਾ ਕੁ ਸਹਿਯੋਗ ਦਿੱਤਾ ਜਾਂਦਾ ਇਹੋ ਜਿਹੇ ਮਰੀਜ਼ਾਂ ਨੂੰ? ਦੇਖੋ, ਜਿਹੜੇ ਮਰੀਜ਼ ਤਾਂ ਮੇਰੇ ਕੋਲ ਆਉਂਦੇ ਨੇ, ਕਾਫੀ ਪੇਸ਼ੈਂਟ ਇਹੋ ਜਿਹੇ ਹੁੰਦੇ ਜਿਹੜੇ ਬਾਬਿਆਂ ਕੋਲ ਹੋ ਕੇ ਆਏ ਹੁੰਦੇ। ਸੋ ਉਹਨਾਂ ਦੀ ਅਗਰ ਮੈਂ ਗੱਲ ਕਰਾਂ, ਤੁਸੀਂ ਲੱਛਣਾਂ ਦੀ ਗੱਲ ਕੀਤੀ ਹੈ, ਸੋ ਲੱਛਣਾਂ ਦੀ ਜੇ ਮੈਂ ਗੱਲ ਕਰਾਂ ਤਾਂ ਕਿਸੇ ਦਾ ਮਨ ਦੀ ਉਦਾਸੀ ਦਾ ਲੱਛਣ ਹੁੰਦਾ, ਕਿਸੇ ਦਾ ਸਾਈਕੋਸਿਸ ਹੁੰਦਾ, ਕੋਈ ਬੰਦਾ ਟਿਕ ਕੇ ਨਹੀਂ ਬੈਠ ਰਿਹਾ, ਭੱਜਾ ਫਿਰ ਰਿਹਾ ਹੈਗਾ, ਜਾਂ ਉਹਨੂੰ ਕੋਈ ਚੀਜ਼ਾਂ ਜਿਸ ਤਰ੍ਹਾਂ ਵਹਿਮ ਦਿਖ ਰਹੇ ਹੈਗੇ ਨੇ, ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ, ਇਹਨੂੰ ਅਸੀਂ ਹੈਲੂਸੀਨੇਸ਼ਨਸ ਕਹਿੰਦੇ ਹਾਂ ਜਾਂ ਡਿਲਿਊਜਨਸ ਕਹਿੰਦੇ ਹਾਂ। ਸੋ ਇਹ ਜਿਹੜੀਆਂ ਲੱਛਣ ਹੈਗੇ ਨੇ ਇਹਨਾਂ ਲੱਛਣਾਂ ਦੇ ਨਾਲ ਆਉਂਦੇ। ਜਿਹੜਾ ਤੁਹਾਡਾ ਦੂਸਰਾ ਸਵਾਲ ਹੈਗਾ ਸੀ ਕਿ ਪਰਿਵਾਰ ਕਿੰਨਾ ਕੁ ਸਹਿਯੋਗ ਕਰਦਾ ਹੈ, ਦੇਖੋ ਪਰਿਵਾਰ ਦੇ ਸਹਿਯੋਗ ਦੇ ਵੱਖਰੇ ਵੱਖਰੇ ਉਹਨਾਂ ਦੀ ਸਮਝ ਦੇ ਅਕੋਰਡਿੰਗਲੀ ਜਿਹੜੇ ਹੈਗੇ ਨੇ ਲੈਵਲਸ ਹੁੰਦੇ ਨੇ। ਜਿਵੇਂ ਕੁਝ ਪਰਿਵਾਰ ਹੈਗੇ ਨੇ ਉਹ ਬਹੁਤ ਸਹਿਯੋਗ ਕਰਦੇ ਨੇ, ਉਹ ਆਪਣੇ ਮਰੀਜ਼ ਦਾ ਪੂਰੀ ਬਿਮਾਰੀ ਬਾਰੇ ਸਮਝਦੇ ਨੇ, ਔਰ ਜਿਵੇਂ ਪੜ੍ਹੀਆਂ ਲਿਖੀਆਂ ਫੈਮਿਲੀਜ਼ ਹੈਗੀਆਂ ਨੇ, ਕੁਝ ਪਿੰਡਾਂ ਦੀਆਂ ਫੈਮਿਲੀਜ਼ ਵੀ, ਇਹ ਆਪਣੇ ਮਰੀਜ਼ ਦੀ ਬਿਮਾਰੀ ਨੂੰ ਸਮਝਦੇ ਨੇ ਔਰ ਮਰੀਜ਼ ਦੀ ਬਿਮਾਰੀ ਨੂੰ ਸਮਝ ਕੇ ਉਹਦਾ ਇਲਾਜ ਕਰਾਉਂਦੇ ਨੇ। ਪਰ ਕਈ ਫੈਮਿਲੀਜ਼ ਇਸ ਦੇ ਉਲਟ ਹੁੰਦੀਆਂ ਜਿਹੜੀਆਂ ਕਹਿ ਦਿੰਦੀਆਂ ਵੀ ਇਹਨਾਂ ਨੂੰ ਕਾਹਦੀ ਟੈਨਸ਼ਨ ਪੈ ਗਈ ਆ, ਜਾਂ ਇਹਨਾਂ ਨੂੰ ਕੀ ਬਿਮਾਰੀ ਪੈ ਗਈ ਆ, ਇਹ ਕੰਮ ਨਹੀਂ ਕਰਨਾ ਚਾਹੁੰਦੀ। ਜਿਵੇਂ ਨੂੰਹਾਂ ਖਾਸ ਕਰ ਆਈਆਂ ਹੁੰਦੀਆਂ, ਸਟ੍ਰੈਸ ਹੁੰਦੀਆਂ, ਆਪਣਾ ਪਰਿਵਾਰ ਛੱਡ ਕੇ ਆਈਆਂ ਨੇ, ਨਵੇਂ ਘਰ 'ਚ ਐਡਜਸਟ ਹੋਣ ਲੱਗਿਆ ਟਾਈਮ ਲੱਗ ਜਾਂਦਾ। ਸੋ ਕਈ ਸੱਸਾਂ ਕਹਿ ਦਿੰਦੀਆਂ ਵੀ ਇਹਨੂੰ ਕੀ ਬਿਮਾਰੀ ਪੈ ਗਈ ਆ। ਸੋ ਹਰ ਕਿਸੇ ਦਾ ਆਪਣੀ ਸਮਝ ਦੇ ਮੁਤਾਬਿਕ, ਬਿਮਾਰੀ ਦੀ ਸਮਝ ਦੇ ਮੁਤਾਬਿਕ ਜਿਹੜਾ ਹੈਗਾ ਉਹ ਇੱਕ ਕੋਆਪਰੇਸ਼ਨ ਦਾ ਮਤਲਬ ਇਹਨਾਂ ਮਰੀਜ਼ਾਂ ਦੇ ਨਾਲ ਲੈਵਲ ਹੁੰਦਾ। ਪਰ ਸਾਡੇ ਕੋਲ ਜਦੋਂ ਇੱਥੇ ਆਉਂਦੇ ਨੇ, ਜਦੋਂ ਅਸੀਂ ਉਹਨਾਂ ਨੂੰ ਬਿਮਾਰੀ ਬਾਰੇ ਦੱਸ ਦਿੰਦੇ ਹਾਂ ਜਾਂ ਸਮਝਾ ਦਿੰਦੇ ਹਾਂ ਕਿ ਹਾਂ ਇਹ ਬਿਮਾਰੀ ਇਸ ਤਰੀਕੇ ਦੀ ਹੈ ਜਾਂ ਇਹਦਾ ਆਹ ਤਰੀਕੇ ਨਾਲ ਇਹਦਾ ਇਲਾਜ ਕੀਤਾ ਜਾ ਸਕਦਾ ਹੈਗਾ, ਸੋ ਥੈਂਕਫੁਲੀ ਸਾਰੇ ਹੀ ਸਮਝ ਜਾਂਦੇ ਨੇ ਔਰ ਸਾਰੇ ਬੜੇ ਅੱਛੇ ਤਰੀਕੇ ਦੇ ਨਾਲ ਇਲਾਜ ਕਰਾਉਂਦੇ ਨੇ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਜਿਵੇਂ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ, ਲੱਛਣ ਹੁੰਦੀ ਹੈ, ਜਿਵੇਂ ਕਿਸੇ ਨੂੰ ਭੂਤ ਦਿਖਦੇ ਨੇ, ਕਿਸੇ ਨੂੰ ਆਪਣੇ ਜਿਹੜੇ ਆ ਮਰੇ ਦਿਖਾਈ ਦਿੰਦੇ ਨੇ, ਜਿਵੇਂ ਅਤੇ ਡਾਕਟਰ ਸਾਹਿਬ ਲੋਕ ਡਾਕਟਰ ਛੱਡ ਕੇ ਲੋਕ ਬਾਬਿਆਂ ਕੋਲ ਚੱਲ ਜਾਂਦੇ ਨੇ, ਉੱਥੇ ਫਾਂਡੇ ਕਰਾਉਂਦੇ ਨੇ, ਕੋਈ ਧਾਗੇ ਤਵੀਤ ਬੰਨੀ ਫਿਰਦਾ ਵਾ, ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ? ਦੇਖੋ, ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਸਮਾਜ ਦੇ ਅੰਦਰ ਨਾ ਸਟਿਗਮਾ ਬੜਾ ਹੈ। ਸਟਿਗਮਾ ਯਾਨੀ ਕਿ ਇਹਨਾਂ ਬਿਮਾਰੀਆਂ ਨੂੰ ਲੈ ਕੇ, ਕਿਉਂਕਿ ਲੋਕਾਂ 'ਚ ਨੌਲੇਜ ਨਹੀਂ ਹੈਗੀ ਤਾਂ ਲੋਕਾਂ ਨੂੰ ਪਤਾ ਨਹੀਂ ਹੈਗਾ। ਫਿਰ ਜਿਹੜਾ ਕੋਈ ਕਹਿ ਦਿੰਦਾ ਕੋਈ ਸਿਆਣੇ ਕੋਲ ਚੱਲ ਜਾਓ ਜਾਂ ਫਾਂਡਾ ਕਰਾ ਲਓ ਜਾਂ ਭੂਤ ਕਢਾ ਲਓ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੁਝ ਕਹਿ ਦਿੰਦੇ ਨੇ, ਲੋਕ ਉਹਨਾਂ ਚੀਜ਼ਾਂ ਨੂੰ ਫੋਲੋ ਕਰਨ ਲੱਗ ਪੈਂਦੇ ਨੇ, ਅਖੌਤੀਆਂ ਬਾਬਿਆਂ ਦੇ ਮਗਰੇ ਲੱਗ ਜਾਂਦੇ ਨੇ। ਪਰ ਇਹਦਾ ਇਲਾਜ ਤਾਂ ਸਾਇੰਟੀਫਿਕ ਤਰੀਕੇ ਦੇ ਨਾਲ, ਜਿਸ ਤਰ੍ਹਾਂ ਆਮ ਬਿਮਾਰੀਆਂ ਨੇ ਉਸ ਤਰ੍ਹਾਂ ਪੋਸੀਬਲ ਹੈ। ਹੁਣ ਜਿਸ ਤਰ੍ਹਾਂ ਮੇਰੇ ਇੱਥੇ ਸਾਡੇ ਕੋਲ ਇੱਕ ਟੀਮ ਆਫ ਡਾਕਟਰਸ ਹੈਗੀ ਆ, 4 ਸਾਈਕੋਲੋਜਿਸਟ ਕੰਮ ਕਰਦੇ ਨੇ ਮੇਰੇ ਕੋਲ, ਇੱਕ ਸੋਸ਼ਲ ਵਰਕਰ ਨੇ, ਰੀਹੈਬ ਸਪੈਸ਼ਲਿਸਟ ਹੈਗੇ ਨੇ, ਜੋ ਕਿ ਵੱਖਰੀਆਂ ਵੱਖਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਬੜੇ ਸੁਚੱਜੂ ਢੰਗ ਦੇ ਨਾਲ ਕਰਦੇ ਨੇ, ਸਾਇੰਟੀਫਿਕ ਬੇਸਡ ਕਰਦੇ ਨੇ। ਸੋ ਉਹਨਾਂ ਨਾਲ ਮਰੀਜ਼ ਠੀਕ ਵੀ ਹੁੰਦੇ ਨੇ। ਹੁਣ ਜਿਸ ਤਰ੍ਹਾਂ ਮਰੀਜ਼ ਠੀਕ ਹੁੰਦੇ ਨੇ, ਉਹ ਹੋਰ ਮਰੀਜ਼ਾਂ ਨੂੰ ਦੱਸਦੇ ਨੇ ਵੀ ਅਸੀਂ ਜੀ ਉੱਥੇ ਗਏ ਸੀ, ਉੱਥੇ ਤਾਂ ਇਲਾਜ ਬੜਾ ਵਧੀਆ ਹੋਇਆ, ਅਤੇ ਅਸੀਂ ਜੀ ਉੱਥੋਂ ਠੀਕ ਹੋਏ ਹਾਂ, ਤੁਸੀਂ ਵੀ ਜੀ ਉੱਥੇ ਜਾ ਕੇ ਠੀਕ ਹੋ ਜਾਓ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨੌਲੇਜ ਦਿੱਤੀਆਂ ਹੀ ਆਉਂਦੀਆਂ ਨੇ। ਜਿਵੇਂ ਇਸੇ ਤਰੀਕੇ ਆਪਾਂ ਲਾਈਏ ਨਸ਼ਿਆਂ ਦੀ ਜਿਵੇਂ ਲੱਤ ਹੈਗੀ ਆ, ਹੁਣ ਨਸ਼ਿਆਂ ਦੀ ਲੱਤ ਦੇ ਅੰਦਰ ਪਹਿਲਾਂ ਪਿੰਡਾਂ ਦੇ ਅੰਦਰ ਵੀ ਆਮ ਕਹਿ ਦਿੰਦੇ ਸੀ ਜੀ ਇਹ ਤਾਂ ਨਸ਼ੇੜੀ ਹੈਗਾ, ਭੰਗੀ ਹੈਗਾ, ਇਹੋ ਜਿਹੀਆਂ ਗੱਲਾਂ ਵਰਡਸ ਯੂਜ਼ ਕੀਤੇ ਜਾਂਦੇ ਸੀਗੇ। ਜਦਕਿ ਵੇਰੀਅਸ ਕੈਟਾਗਰੀਜ਼ ਆਫ ਸਬਸਟਾਂਸ ਡਿਪੈਂਡੈਂਸ ਇਹਨੂੰ ਅਸੀਂ ਕਹਿੰਦੇ ਹਾਂ, ਯਾਨੀ ਕਿ ਨਸ਼ੇ ਦੀ ਲੱਤ ਕਹਿ ਦਿੰਦੇ ਹਾਂ ਜਾਂ ਨਸ਼ੇ ਵਰਗੀ ਬਿਮਾਰੀ ਕਹਿ ਦਿੰਦੇ ਹਾਂ। ਇਹ ਵੀ ਬਾਕੀ ਬਿਮਾਰੀਆਂ ਵਾਂਗੂ ਇੱਕ ਦਿਮਾਗੀ ਬਿਮਾਰੀ ਹੈ, ਜਿਹਦੇ ਵਿੱਚ ਮਰੀਜ਼ ਦਾ ਜਿਹੜਾ ਸਰੀਰ ਹੈਗਾ ਉਹ ਨਸ਼ਾ ਮੰਗਦਾ ਹੈ। ਸੋ ਉਹਦੇ 'ਚ ਵੇਰੀਅਸ ਕਿਸਮ ਦੇ ਨਸ਼ੇ ਹੈਗੇ, ਜਿਵੇਂ ਸਮਝ ਲਓ ਕਿ ਐਲਕੋਹਲ ਦਾ ਨਸ਼ਾ ਹੋ ਗਿਆ, ਜਿਵੇਂ ਸਮਝ ਲਓ ਅਫੀਮ ਹੋ ਗਈ, ਜਿਵੇਂ ਸਮਝ ਲਓ ਭੰਗ ਹੋ ਗਈ, ਜਿਵੇਂ ਸਮਝ ਲਓ ਸਮੋਕਿੰਗ ਹੋ ਗਈ, ਜਿਵੇਂ ਸਮਝ ਲਓ
ਆਹ ਹੈਰੋਇਨ ਹੋ ਗਈ, ਚਰਸ ਹੋ ਗਈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ, ਇਹ ਇੱਕ ਦਿਮਾਗੀ ਬਿਮਾਰੀ ਦੀ ਤਰ੍ਹਾਂ ਹੀ ਜਿਹੜਾ ਸਿਸਟਮ ਹੈਗਾ ਉਹ ਹੈਗਾ। ਸੋ ਇਹਦਾ ਜਿਹੜਾ ਇਲਾਜ ਹੈਗਾ ਨਾ, ਉਹ ਵੀ ਇੱਕ ਨੋਰਮਲ ਜਿਸ ਤਰ੍ਹਾਂ ਬਾਕੀ ਸਾਈਕੈਟ੍ਰਿਕ ਇਲਨੈਸ ਨੇ ਉਸ ਤਰ੍ਹਾਂ ਹੀ ਕੀਤਾ ਜਾਂਦਾ, ਦਵਾਈ ਦੇ ਨਾਲ, ਕਾਉਂਸਲਿੰਗ ਦੇ ਨਾਲ, ਪਰਿਵਾਰ ਨੂੰ ਕਾਉਂਸਲ ਕਰਕੇ, ਪਰਿਵਾਰ ਨੂੰ ਸਮਝਾ ਕੇ ਕਿ ਹਾਂ ਇਹ ਬੰਦਾ ਨੂੰ ਇਲਾਜ ਦੀ ਲੋੜ ਔਰ ਸਪੋਰਟ ਦੀ ਲੋੜ ਹੈਗੀ ਹੈ। ਸੋ ਉਸ ਤਰੀਕੇ ਇਹਨਾਂ ਚੀਜ਼ਾਂ ਦਾ ਜਿਹੜਾ ਇਲਾਜ ਹੈਗਾ ਉਹ ਕੀਤਾ ਜਾਂਦਾ, ਔਰ ਸੁੱਖ ਨਾਲ ਬੜੇ ਮਰੀਜ਼ ਸਾਡੇ ਇੱਥੇ ਠੀਕ ਹੋਏ ਨੇ ਇਹਨਾਂ ਬਿਮਾਰੀਆਂ। ਦੱਸੋ ਵੀ ਇਹ ਜਿਹੜਾ ਇਲਾਜ ਹੈ ਡਾਕਟਰੀ ਮੈਡੀਕਲ ਲਾਈਨ ਨਾਲ, ਤੇ ਜਿਹੜੇ ਮਰੀਜ਼ ਨੇ ਕਿੰਨੇ ਸਮੇਂ 'ਚ ਜਿਹੜਾ ਇਹ ਜਿਹੜਾ ਇਲਾਜ ਹੋ ਜਾਂਦਾ, ਠੀਕ ਹੋ ਜਾਂਦੇ ਨੇ, ਤੇ ਇਹਨਾਂ ਨੂੰ ਦਵਾਈ ਦੇ ਨਾਲ ਨਾਲ ਕੋਈ ਸਲਾਹ ਵੀ ਦਿੱਤੀ ਜਾਂਦੀ ਹੈ, ਕੋਈ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ? ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੇਰੇ ਕੋਲ ਇੱਥੇ ਟੀਮ ਵਰਕ ਚੱਲਦਾ, ਸਾਡੀ ਇੱਕ ਬਹੁਤ ਅੱਛੀ ਸਿੰਬਾਇਓਟਿਕ ਯਾਨੀ ਕਿ ਜੁਆਇੰਟ ਟੀਮ ਹੈਗੀ ਹੈ, ਜਿਹਦੇ ਨਾਲ ਅਸੀਂ ਦਿਮਾਗੀ ਬਿਮਾਰੀਆਂ ਦਾ ਬੜਾ ਸੁਚੱਜੂ ਇਲਾਜ ਕਰਦੇ ਹਾਂ। ਇਹਦੇ ਨਾਲ ਦਵਾਈ ਜੋ ਕਿ ਲੇਟੈਸਟ ਮੈਡੀਸਿਨਸ ਹੈਗੀਆਂ ਨੇ ਉਹ ਅਸੀਂ ਯੂਜ਼ ਕਰਦੇ ਹਾਂ। ਸੈਕਿੰਡ ਜਿਹੜੀ ਚੀਜ਼ ਹੈਗੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਸਾਈਕੋਲੋਜਿਸਟ ਦੀ ਅਤੇ ਸੋਸ਼ਲ ਵਰਕਰ ਔਰ ਰੀਹੈਬ ਸਪੈਸ਼ਲਿਸਟ ਦੀ ਟੀਮ ਹੈ ਪੂਰੀ। ਸੋ ਉਹਨਾਂ ਦੇ ਨਾਲ ਕਾਉਂਸਲਿੰਗਸ ਵੀ ਕੀਤੀਆਂ ਜਾਂਦੀਆਂ, ਉਹਨਾਂ ਨੂੰ ਗਾਈਡੈਂਸ ਵੀ ਦਿੱਤੀ ਜਾਂਦੀ ਹੈ। ਆਉਣ ਵਾਲੇ ਸਮੇਂ 'ਚ ਉਹਨਾਂ ਨੇ ਬਿਮਾਰੀਆਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਉਹਦੇ ਬਾਰੇ ਵੀ ਗਾਈਡ ਕੀਤਾ ਜਾਂਦਾ ਹੈਗਾ। ਹੁਣ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਅਸੀਂ ਇੱਥੇ ਔਟਿਜ਼ਮ ਦਾ ਟਰੀਟਮੈਂਟ ਕਰ ਰਹੇ ਹਾਂ। ਔਟਿਜ਼ਮ ਦੇ ਅੰਦਰ ਸਾਡੇ ਕੋਲ ਬੜੇ ਬੱਚੇ ਆ ਰਹੇ ਨੇ, ਜਿਹੜੇ ਛੋਟੇ ਬੱਚੇ ਔਟਿਸਟਿਕ ਹੈਗੇ ਨੇ, ਜਾਂ ਜਿਨ੍ਹਾਂ ਨੂੰ ADHD ਹੈ, ਜਾਂ ਜਿਨ੍ਹਾਂ ਨੂੰ ਲਰਨਿੰਗ ਡਿਸਆਰਡਰ ਹੈਗਾ, ਉਹ ਸਾਡੇ ਕੋਲ ਇੱਥੇ ਆ ਰਹੇ ਨੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਦਾ ਟਰੀਟਮੈਂਟ ਹੋ ਰਿਹਾ ਹੈ, ਔਰ ਮੁੜ ਸਕੂਲਾਂ ਦੇ ਵਿੱਚ ਵਸ ਰਹੇ ਨੇ ਜਾ ਕੇ। ਜਿਨ੍ਹਾਂ ਨੂੰ ਕਈ ਵਾਰੀ ਇਹ ਕਹਿ ਦਿੱਤਾ ਗਿਆ ਸੀ ਵੀ ਇਹ ਤੇ ਬੱਚੇ ਸਕੂਲ 'ਚ ਜਾ ਹੀ ਨਹੀਂ ਸਕਦੇ, ਸੋ ਉਹ ਜਿਹੇ ਬੱਚੇ ਸਕੂਲ ਵੀ ਗਏ ਨੇ। ਜਦੋਂ ਉਹਨਾਂ ਨੂੰ ਸਹੀ ਗਾਈਡੈਂਸ ਮਿਲੀ ਹੈ, ਸਹੀ ਟਰੀਟਮੈਂਟ ਮਿਲਿਆ, ਉਹ ਬੱਚੇ ਸਕੂਲਾਂ 'ਚ ਵੀ ਗਏ ਨੇ ਦੁਬਾਰਾ। ਡਾਕਟਰ ਸਾਹਿਬ ਦੱਸੋ ਵੀ ਤੁਹਾਡੇ ਕੋਲ ਜਿਹੜੇ ਮਰੀਜ਼ ਆਉਂਦੇ ਨੇ, ਖਾਸ ਕਰਕੇ ਅੰਮ੍ਰਿਤਸਰ ਦੇ ਆਉਂਦੇ ਨੇ ਕਿ ਜਾਂ ਪੂਰੇ ਪੰਜਾਬ ਤੋਂ ਆ ਰਹੇ? ਦੇਖੋ, ਤੁਹਾਨੂੰ ਮੈਂ ਹੁਣ ਕਹਾਂ, ਜਿਵੇਂ ਮੈਂ ਨੈਕਸਟ ਪੇਸ਼ੈਂਟ ਦੇਖਣ ਲੱਗਿਆ, ਖੁਸ਼ਪ੍ਰੀਤ ਕੌਰ ਜਿਸ ਤਰ੍ਹਾਂ ਬੱਚਾ ਹੈਗਾ, ਇਹ ਰਾਜਸਥਾਨ ਤੋਂ ਆਏ ਨੇ ਟਰੀਟਮੈਂਟ ਕਰਾਉਣ ਦੇ ਲਈ। ਇਸੇ ਤਰ੍ਹਾਂ ਹੀ ਜਿਹੜਾ ਹੁਣ ਪੇਸ਼ੈਂਟ ਬਾਹਰ ਗਿਆ ਸੀਗਾ, ਉਹ ਜੰਮੂ ਤੋਂ ਆਇਆ ਟਰੀਟਮੈਂਟ ਕਰਾਉਣ ਦੇ ਲਈ। ਚੰਡੀਗੜ੍ਹ ਤੋਂ ਅੱਜ ਪੇਸ਼ੈਂਟ ਸਵੇਰੇ ਆਏ ਨੇ। ਸੋ ਮੇਰੇ ਕੋਲ ਨੈਸ਼ਨਲੀ ਇਕੱਲਾ ਨਹੀਂ, ਇੰਟਰਨੈਸ਼ਨਲ ਪੇਸ਼ੈਂਟਸ ਵੀ ਮੇਰੇ ਕੋਲ ਆਉਂਦੇ ਨੇ। NRI ਕਲਾਇੰਟੇਜ ਸਾਡੇ ਕੋਲ ਬਹੁਤ ਹੈਗੀ ਹੈ, ਜੋ ਕਿ ਇੰਡੀਆ ਆ ਕੇ ਟਰੀਟਮੈਂਟ ਕਰਾਉਣਾ ਪਸੰਦ ਕਰਦੇ ਨੇ, ਕਿਉਂਕਿ ਅਸੀਂ ਇੱਥੇ ਇੰਟਰਨੈਸ਼ਨਲ ਸਟੈਂਡਰਡਸ ਫੋਲੋ ਕਰਦੇ ਹਾਂ ਟਰੀਟਮੈਂਟ ਦੇ। ਔਰ ਮੈਂ ਖੁਦ ਵੀ ਇੰਟਰਨੈਸ਼ਨਲ ਫੈਲੋਸ਼ਿਪਸ ਔਰ ਇੰਟਰਨੈਸ਼ਨਲ ਮੈਂਬਰਸ਼ਿਪਸ ਹੈਗੀਆਂ ਨੇ ਮੇਰੇ ਕੋਲ। ਜਿਵੇਂ ਮੈਂ ਅਮਰੀਕਨ ਸਾਈਕੈਟ੍ਰਿਕ ਐਸੋਸੀਏਸ਼ਨ ਦਾ ਮੈਂਬਰ ਹਾਂ, ਕੈਨੇਡੀਅਨ ਐਸੋਸੀਏਸ਼ਨ ਆਫ ਮੈਂਟਲ ਹੈਲਥ ਦਾ ਮੈਂਬਰ ਹੈਗਾ, ਜਿਹੜੀ ਇੰਟਰਨੈਸ਼ਨਲ ਸਬਸਟੈਂਸ ਯੂਜ਼ ਪ੍ਰੋਫੈਸ਼ਨਲਸ ਦੀ ਐਸੋਸੀਏਸ਼ਨ ਹੈਗੀ ਆ ਉਹਦਾ ਮੈਂਬਰ ਹਾਂ, ਵਰਲਡ ਫੈਡਰੇਸ਼ਨ ਆਫ ਮੈਂਟਲ ਹੈਲਥ ਦਾ ਮੈਂਬਰ ਹੈਗਾ ਮੈਂ। ਸੋ ਇਹਦੇ ਨਾਲ ਐਕਸਪੋਜਰ ਜਿਹੜਾ ਹੈਗਾ ਸਾਡੀ ਮੇਰੀ ਪੂਰੀ ਟੀਮ ਦਾ ਬਹੁਤ ਅੱਛਾ ਐਕਸਪੋਜਰ ਆ ਟਰੀਟਮੈਂਟ ਫੈਸਿਲਿਟੀਜ਼ ਨੂੰ ਲੈ ਕੇ। ਅਸੀਂ ਇੰਟਰਨੈਸ਼ਨਲ ਸਟੈਂਡਰਡਸ ਦੇ ਨਾਲ ਜਿਹੜਾ ਹੈਗਾ ਪੇਸ਼ੈਂਟਸ ਦਾ ਟਰੀਟਮੈਂਟ ਜਿਹੜਾ ਉਹ ਕਰਦੇ ਹਾਂ। ਡਾਕਟਰ ਸਾਹਿਬ ਨੇ ਇਹ ਦੱਸੋ ਵੀ ਜਿਵੇਂ ਪਿਛਲੇ ਦਿਨੀ ਕਾਫੀ ਜਿਹੜੀ ਆ ਗੇਮ ਬੱਚੇ ਖੇਡਦੇ ਸੀ, PUBG ਗੇਮ ਨੂੰ ਲੈ ਕੇ ਕਾਫੀ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਰਹੇ ਨੇ। ਕੀ ਰੁਝਾਨ ਰਿਹਾ ਲੋਕਾਂ ਦਾ? ਕਾਫੀ ਲੋਕਾਂ ਦਾ, ਬੱਚਿਆਂ ਦੇ ਮਾਪਿਆਂ ਜਿਹੜੇ ਬੱਚੇ ਨੂੰ ਨੁਕਸਾਨ ਵੀ ਹੁੰਦਾ ਯਾਰ, ਹਜੇ ਵੀ ਅਸੀਂ ਦੇਖੇ ਕਾਫੀ ਬੱਚੇ ਜਿਹੜੇ ਇਸ ਲਾਈਨ 'ਚ ਪਏ ਨੇ, ਕੀ ਕਹਿਣਾ ਚਾਹੋਗੇ? ਦੇਖੋ, ਇਹਨੂੰ ਅਸੀਂ ਸਕਰੀਨ ਐਡਿਕਸ਼ਨ ਜਾਂ ਇੰਟਰਨੈਟ ਐਡਿਕਸ਼ਨ ਕਹਿੰਦੇ ਹਾਂ। ਸੋ ਸਕਰੀਨ ਐਡਿਕਸ਼ਨ ਜਾਂ ਇੰਟਰਨੈਟ ਐਡਿਕਸ਼ਨ ਇੱਕ ਇਹੋ ਜਿਹੀ ਲੱਤ ਹੈਗੀ ਹੈ ਜਿਹਦੇ ਨਾਲ ਬੱਚਾ ਜਿਹੜਾ ਹੈ ਆਪਣੀ ਨੋਰਮਲ ਪੜ੍ਹਾਈ ਨੂੰ ਛੱਡ ਕੇ ਸਕਰੀਨ ਦੇ ਵਿੱਚ ਵੜਿਆ ਰਹਿੰਦਾ ਹੈਗਾ। ਸੋ ਸਕਰੀਨ ਦੇ ਵਿੱਚ ਕੀ ਚੀਜ਼ਾਂ ਹੋ ਸਕਦੀਆਂ ਨੇ, ਸਕਰੀਨ ਜਾਂ ਇੰਟਰਨੈਟ 'ਤੇ ਕੀ ਚੀਜ਼ਾਂ ਹੋ ਸਕਦੀਆਂ? ਉਹਦੇ ਅੰਦਰ ਇਹ PUBG ਗੇਮ ਵਰਗੀ ਚੀਜ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਜਿਸ ਤਰ੍ਹਾਂ ਬਲੂ ਵੇਲ ਗੇਮ ਆਈ ਸੀਗੀ, ਉਹ ਹੋ ਸਕਦੀ ਹੈ। ਫਿਰ ਸਮਝ ਲਓ ਕਿ ਜਿਹੜੇ ਕੁਝ ਪੋਰਨੋਗ੍ਰਾਫਿਕ ਵੀਡੀਓਜ਼ ਹੈਗੀਆਂ ਨੇ, ਉਹ ਹੋ ਸਕਦੀਆਂ ਨੇ। ਸੋ ਇਹਨਾਂ ਚੀਜ਼ਾਂ 'ਤੇ ਪੇਰੈਂਟਸ ਨੂੰ ਧਿਆਨ ਰੱਖਣਾ ਪਏਗਾ। ਹੁਣ ਜਿਸ ਤਰ੍ਹਾਂ ਕੋਵਿਡ ਦੇ ਅੰਦਰ ਟਾਈਮ ਚੱਲ ਰਿਹਾ, ਪਿਛਲਾ ਪੂਰਾ ਸਾਲ ਜਿਹੜਾ ਹੈਗਾ, ਬੱਚੇ ਘਰ ਹੀ ਰਹਿ ਕੇ ਆਪਣਾ ਫੋਨ ਦੇ ਉੱਤੇ ਹੀ ਉਹਨਾਂ ਨੇ ਕਲਾਸਿਸ ਵਗੈਰਾ ਲਗਾਈਆਂ ਨੇ। ਸੋ ਬੱਚੇ, ਉਹਨਾਂ ਦਾ ਫੋਨ ਐਕਸਪੋਜਰ ਜਾਂ ਇੰਟਰਨੈਟ ਐਕਸਪੋਜਰ ਬਹੁਤ ਜ਼ਿਆਦਾ ਹੋਇਆ ਵਾ। ਸੋ ਸਾਨੂੰ ਪਰ ਇਹ ਚੀਜ਼ ਦਾ ਧਿਆਨ ਰੱਖਣਾ ਪੈਣਾ ਹੈ ਕਿ ਬੱਚੇ ਕਲਾਸਾਂ ਤੋਂ ਇਲਾਵਾ ਗਲਤ ਲੱਤ 'ਤੇ ਨਹੀਂ ਲਾ ਰਹੇ, ਕੋਈ ਗੇਮਾਂ 'ਤੇ ਨਹੀਂ ਖੇਡ ਰਹੇ। ਜੇ ਉਹ ਗੇਮਾਂ ਖੇਡ ਰਹੇ ਨੇ ਜਾਂ ਗਲਤ ਪਾਸੇ ਜਾ ਰਹੇ ਨੇ, ਪੇਰੈਂਟਸ ਦਾ ਫਰਜ਼ ਬਣਦਾ ਹੈ ਉਹਨਾਂ ਦਾ ਸਕਰੀਨ ਟਾਈਮ ਰਿਸਟ੍ਰਿਕਟ ਕੀਤਾ ਜਾਵੇ। ਇਨਡੋਰ ਲਾਈਫ ਨਾਲੋਂ ਹੈਲਦੀ ਲਾਈਫ ਸਟਾਈਲ ਜਿਸ ਤਰ੍ਹਾਂ ਹੈਗਾ, ਜਿਹਦੇ ਅੰਦਰ ਆਊਟਡੋਰ ਗੇਮਸ, ਆਊਟਡੋਰ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ, ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਔਰ ਉਹਨਾਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਏ ਕਿ ਉਹ ਇਹ ਆਊਟਡੋਰ ਐਕਟੀਵਿਟੀਜ਼ ਜਾਂ ਆਊਟਡੋਰ ਗੇਮਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੇਲਣ, ਤਾਂ ਜੋ ਉਹਨਾਂ ਦੀ ਪੀਅਰ ਗਰੁੱਪ ਮਾਡਲਿੰਗ ਜਿਹਨੂੰ ਅਸੀਂ ਕਹਿੰਦੇ ਹਾਂ, ਯਾਨੀ ਕਿ ਪਰਸਨੈਲਿਟੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਜਾਂ ਗਰੁੱਪ ਦੇ ਅੰਦਰ ਫੰਕਸ਼ਨ ਕਰਨ ਦੀ ਜਿਹੜੀ ਕੈਪੇਬਿਲਿਟੀ ਹੈ, ਉਹ ਉਜਾਗਰ ਹੋਵੇ ਔਰ ਉਹ ਚੀਜ਼ਾਂ ਵਧਣ। ਠੀਕ ਹੈ ਡਾਕਟਰ ਸਾਹਿਬ, ਇਹ ਵੀ ਦੱਸੋ ਵੀ ਜਿਵੇਂ ਤੁਹਾਡੇ ਕੋਲ ਮਰੀਜ਼ ਆਉਂਦੇ ਨੇ, ਜਿਨ੍ਹਾਂ ਲੋਕਾਂ ਨੂੰ ਵਹਿਮ ਹੋ ਜਾਂਦਾ ਵਾ, ਅਤੇ ਖਾਸ ਕਰਕੇ ਡਾਕਟਰ ਸਾਹਿਬ ਇਹ ਜਿਹੜੀ ਤੁਹਾਡੇ ਕੋਲ ਜਿਹੜੇ ਮਰੀਜ਼ ਆਉਂਦੇ ਨੇ, ਉਹ ਜ਼ਿਆਦਾ ਪੇਂਡੂ ਤਬਕੇ ਜਾ ਕੇ ਸ਼ਹਿਰੀ ਵੀ ਲਾਉਂਦੇ ਨੇ? ਕਿਉਂਕਿ ਅਕਸਰ ਕਿਹਾ ਜਾਂਦਾ ਵੀ ਲੋਕ ਕਹਿੰਦੇ ਨੇ ਭਾਈ ਇਹਦੇ ਬੰਦੇ ਪੇਂਡੂ ਆ, ਸ਼ਾਇਦ ਜਾਂ ਇਹ ਪਿੰਡਾਂ 'ਚ ਆਉਂਦੇ, ਸ਼ਾਇਦ ਇਹਨਾਂ ਨੂੰ ਤਾਂ ਵਹਿਮ ਹੋ ਗਿਆ, ਬਾਬੇ ਕੋਲ ਚਲੇ ਜਾਂਦੇ ਨੇ। ਕਿ ਲੱਗਦਾ ਇਹ 'ਚ ਪੜ੍ਹੇ ਲਿਖੇ ਦੇ ਵੀ ਜਾਂ ਅਨਪੜ੍ਹ ਦੀ ਕੋਈ ਗੱਲ ਹੁੰਦੀ ਆ?
ਦੇਖੋ ਹਾਂ ਇਹ ਥੋੜਾ ਬਹੁਤ ਫਰਕ ਹੈਗਾ, ਜ਼ਿਆਦਾ ਫਰਕ ਨਹੀਂ ਹੈਗਾ। ਸ਼ਹਿਰੀ ਲੋਕ ਵੀ ਜਾ ਕੇ ਫਾਂਡੇ ਕਰਾਉਂਦੇ ਨੇ, ਸ਼ਹਿਰੀ ਲੋਕ ਵੀ ਭੂਤ ਘਟਾਉਂਦੇ ਨੇ, ਪਰ ਇਹ ਜ਼ਰੂਰ ਹੈਗਾ ਕਿ ਪਿੰਡਾਂ ਦੇ ਅੰਦਰ ਅਜੇ ਵੀ ਥੋੜਾ ਪੜ੍ਹਾਈ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜਾ ਜਿਹੜਾ ਅਜੇ ਥੋੜਾ ਮੈਂ ਕਹੂੰਗਾ ਕਿ ਇਸ ਨੌਲੇਜ ਦੀ ਔਰ ਇਹਨਾਂ ਗਾਈਡੈਂਸ ਦੀ ਕਮੀ ਜ਼ਰੂਰ ਹੈਗੀ ਹੈ। ਪਰ ਹੌਲੀ ਹੌਲੀ ਪਿੰਡਾਂ ਦੇ ਅੰਦਰ ਵੀ ਇਸ ਚੀਜ਼ ਬਾਰੇ ਜਾਗਰੂਕਤਾ ਜਿਹੜੀ ਹੈ ਉਹ ਵੱਧ ਰਹੀ ਹੈ। ਸੋ ਜਿਵੇਂ ਸ਼ਹਿਰੀ ਸਮਾਜ ਹੈਗਾ ਉਵੇਂ ਪਿੰਡ ਵਾਲਾ ਸਮਾਜ ਹੈ, ਉਨੀਆਂ ਹੀ ਬਿਮਾਰੀਆਂ ਸ਼ਹਿਰ 'ਚ ਨੇ, ਉਨੀਆਂ ਹੀ ਪਿੰਡ ਦੇ ਅੰਦਰ ਹੈਗੀਆਂ ਨੇ। ਔਰ ਲੋਕ ਫਾਂਡੇ ਫੁੰਡੇ ਔਰ ਇਹ ਚੀਜ਼ਾਂ ਦੇ ਅੰਦਰ ਅੱਜ ਵੀ ਵਿਸ਼ਵਾਸ ਰੱਖਦੇ ਨੇ। ਮੈਂ ਚਾਹੁੰਦਾ ਕਿ ਜਿਹੜਾ ਸਮਾਜ ਹੈਗਾ ਹੈ ਉਹ ਇਸ ਚੀਜ਼ ਨੂੰ ਸਮਝੇ ਐਜ਼ ਅ ਕਲੈਕਟਿਵ। ਜਿਸ ਤਰ੍ਹਾਂ ਤੁਹਾਡੇ ਵਿਊਅਰਸ ਨੂੰ ਰਿਕੁਐਸਟ ਕਰੂੰਗਾ ਕਿ ਸਾਰੀਆਂ ਚੀਜ਼ਾਂ ਨੂੰ ਸਾਨੂੰ ਸਮਝਿਆ ਜਾਵੇ ਕਿ ਇਹ ਬਿਮਾਰੀਆਂ ਜਿਸ ਤਰ੍ਹਾਂ ਦਿਮਾਗ ਦੀਆਂ ਬਿਮਾਰੀਆਂ ਨੇ, ਸਰੀਰਕ ਬਿਮਾਰੀਆਂ ਵਾਂਗੂ ਹੀ ਇਹਨਾਂ ਦੇ ਜਿਸ ਤਰ੍ਹਾਂ ਬ੍ਰੇਨ ਦੇ ਫੰਕਸ਼ਨਸ ਨੇ ਉਹ ਖਰਾਬ ਹੋਏ ਨੇ ਔਰ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਈਜ਼ੀਲੀ ਜਿਹੜਾ ਹੈਗਾ ਕੀਤਾ ਜਾ ਸਕਦਾ। ਸੋ ਫਾਂਡੇ ਕਰਾਉਣ ਦੀ, ਭੂਤ ਕਢਾਉਣ ਨਾਲ ਇਲਾਜ ਨਹੀਂ ਹੋਣੇ। ਇਲਾਜ ਹੋਣੇ ਨੇ ਆਪਣਾ ਕਿਸੇ ਅੱਛੇ ਡਾਕਟਰ ਕੋਲ ਜਾ ਕੇ ਟ੍ਰੀਟਮੈਂਟ ਕਰਾਇਆ। ਠੀਕ ਹੈ ਡਾਕਟਰ ਸਾਹਿਬ, ਲਾਸਟ ਸਵਾਲ ਹੈ ਮੇਰਾ ਜੀ, ਕੀ ਕਹਿਣਾ ਚਾਹੋਗੇ ਜਿਹੜੇ ਲੋਕ ਹਜੇ ਵੀ ਐਸੇ ਵਹਿਮਾਂ ਭਰਮਾਂ 'ਚ ਤੁਰੇ ਫਿਰਦੇ ਨੇ, ਬਾਬਿਆਂ ਕੋਲ ਤੁਰੇ ਫਿਰਦੇ, ਅਤੇ ਖਾਸ ਕਰਕੇ ਡਾਕਟਰ ਸਾਹਿਬ ਨੀਂਦ ਕਿੰਨੀ ਕੁ ਜ਼ਰੂਰੀ ਆ ਇਹਨਾਂ ਮਰੀਜ਼ਾਂ ਵਾਸਤੇ? ਸਾਨੂੰ ਜਿਹੜੀ ਆ ਰੋਜ਼ ਦੀ ਰੂਟੀਨ ਦੀ ਕਿੰਨੀ ਜ਼ਰੂਰੀ ਜਿਹਨਾਂ ਸਾਡਾ ਸਰੀਰ ਠੀਕ ਹੋ ਸਕਦਾ ਜੀ? ਦੇਖੋ ਨੀਂਦ ਦਾ ਨਾ ਆਉਣਾ ਜਾਂ ਨੀਂਦ ਦਾ ਖਰਾਬ ਆਉਣਾ ਜਾਂ ਨੀਂਦ ਦਾ ਘੱਟ ਆਉਣਾ ਇਹ ਇੱਕ ਬਿਮਾਰੀ ਵੀ ਹੈ ਅਤੇ ਇੱਕ ਲੱਛਣ ਵੀ ਹੈ ਬਾਕੀ ਬਿਮਾਰੀਆਂ ਦਾ। ਨੀਂਦ ਜਿਹੜੀ ਸਾਨੂੰ ਇੱਕ ਆਮ ਤੌਰ 'ਤੇ ਚਾਹੀਦੀ ਹੈਗੀ ਹੈ 7 ਤੋਂ 8 ਘੰਟੇ ਦੀ ਕੰਟੀਨਿਊਅਸ ਰਾਤ ਦੀ ਸਲੀਪ, ਇਹ ਜ਼ਰੂਰੀ ਹੈ। ਰਾਤੀ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਜਿਹੜਾ ਸਮਾਂ ਸੌਣ ਵਾਸਤੇ ਬੈਸਟ ਸਮਾਂ ਹੈਗਾ। ਸੋ ਜ਼ਰੂਰੀ ਹੈਗਾ ਕਿ ਉਸ ਟਾਈਮ 'ਤੇ ਨੀਂਦ ਪੂਰੀ ਕੀਤੀ ਜਾਵੇ। ਔਰ ਜੇ ਘਰ ਆਪਾਂ ਦੁਪਹਿਰੇ ਵੀ ਅੱਧਾ ਪੌਣਾ ਘੰਟਾ ਲੰਚ ਕਰਨ ਤੋਂ ਬਾਅਦ ਰੈਸਟ ਕਰ ਲਈਏ ਤਾਂ ਬਹੁਤ ਹੀ ਅੱਛਾ ਸਰੀਰ ਵਾਸਤੇ। ਨੀਂਦ ਦੇ ਡਿਸਆਰਡਰਸ ਜਿਹੜੇ ਹੈਗੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈਗਾ ਕਿ ਜਿਵੇਂ ਸੁਪਨੇ ਆਉਣਾ ਜਾਂ ਨੀਂਦ ਘੱਟ ਆਉਣਾ ਜਾਂ ਨੀਂਦ ਦਾ ਸਮਝ ਲਓ ਉਖੜ ਕੇ ਆਉਣਾ, ਇਹਦੇ ਨਾਲ ਰੈਸਟਫੁਲ ਸਲੀਪ ਨਹੀਂ ਮਿਲਦੀ ਔਰ ਬਾਕੀ ਬਿਮਾਰੀਆਂ ਨੂੰ ਇਹ ਜਨਮ ਦਿੰਦੀ ਹੈ। ਸੋ ਜ਼ਰੂਰੀ ਹੈ ਕਿ ਨੀਂਦ ਜਿਹੜੀ ਹੈਗੀ ਹੈ ਉਹ 7 ਤੋਂ 8 ਘੰਟੇ ਜਿਹੜੀ ਹੈ ਉਹ ਆਵੇ। ਬਾਕੀ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਦਿਮਾਗੀ ਬਿਮਾਰੀਆਂ ਨੂੰ ਜਿੰਨਾ ਅਸੀਂ ਗਾਈਡੈਂਸ ਔਰ ਜਿੰਨੀ ਅਸੀਂ ਨੌਲੇਜ ਇਹਦੇ ਬਾਰੇ ਲੈ ਸਕਦੇ ਹਾਂ ਉਹ ਬਹੁਤ ਅੱਛੀ ਚੀਜ਼ ਹੈ, ਕਿਉਂਕਿ ਸਾਡੇ ਸਮਾਜ ਦੇ ਵਿੱਚ ਸਟਿਗਮਾ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੈ ਕੇ। ਸੋ ਇਹਨਾਂ ਸਟਿਗਮਾ ਨੂੰ ਔਰ ਇਹਨਾਂ ਬਿਮਾਰੀਆਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਜਿਹੜੇ ਲੋਕ ਹੈਗੇ ਆ ਉਹ ਅਵੇਅਰ ਹੋਣ ਕਿ ਮੈਂ ਜੀ ਡਾਕਟਰ ਕੋਲ ਜਾ ਕੇ ਟ੍ਰੀਟਮੈਂਟ ਜਿਹੜਾ ਹੈਗਾ ਉਹ ਕਰਾਉਣਾ ਹੈਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਸਾਡੇ ਨਾਲ ਡਾਕਟਰ ਹਰਜੋਤ ਸਿੰਘ ਮੱਕੜ, ਜਿਹੜੇ ਕਿ ਦਿਮਾਗ ਦੇ ਲੋਕਾਂ ਦਾ ਇਲਾਜ ਕਰਦੇ ਨੇ। ਖਾਸ ਕਰਕੇ ਉਹਨਾਂ ਲੋਕਾਂ ਦਾ ਜਿਹੜੇ ਲੋਕ ਵਹਿਮ ਭਰਮ ਦੇ ਵਿੱਚ ਆ ਜਾਂਦੇ ਨੇ, ਜਿਨ੍ਹਾਂ ਨੂੰ ਭੂਤ ਪ੍ਰੀਤੀ ਦੇ ਨੇ, ਜਿਨ੍ਹਾਂ ਨੂੰ ਵਹਿਮ ਹੋ ਜਾਂਦਾ ਵੀ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਦਿਖਾਈ ਦਿੰਦੇ ਸੁਪਨੇ, ਜਾਂ ਹੋਰ ਸੱਪ ਦੀ ਦਾ ਜਾਂ ਪਾਣੀ ਦੀ ਦਾ ਵਾ। ਅਤੇ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਬਾਬਿਆਂ ਨੂੰ ਛੱਡ ਕੇ ਤੁਸੀਂ ਕਿਸੇ ਪੜ੍ਹੇ ਲਿਖੇ ਡਾਕਟਰ ਕੋਲ, ਜਿਹੜੇ ਖਾਸ ਕੇ ਦਿਮਾਗ ਦਾ ਇਲਾਜ ਕਰਦੇ ਨੇ, ਉਹਨਾਂ ਕੋਲ ਜਾ ਕੇ ਆਪਣਾ ਬੱਚਿਆਂ ਦਾ ਜਾਂ ਕਿਸੇ ਵੀ ਪਰਿਵਾਰ ਦਾ ਜੀ ਦਾ ਇਲਾਜ ਕਰਾਓ, ਤਾਂ ਜੋ ਕਿ ਉਹ ਜਿਹੜੇ ਚੰਗੀ ਜਿਹੀ ਜ਼ਿੰਦਗੀ ਆ ਉਹ ਬਤੀਤ ਕਰ ਸਕੇ। ਮੈਨੂੰ ਦਿਓ ਇਜਾਜ਼ਤ। ਮੈਂ ਹਾਂ ਤੁਹਾਡਾ ਹਰਜੀਤ ਗਰੇਵਾਲ, ਸ਼ਬਦ ਚੈਨਲ ਲਈ ਅੰਮ੍ਰਿਤਸਰ।